प्यारे दर्शकों, ਤੁਹਾਨੂੰ ਸਾਰਿਆਂ ਨੂੰ ਸਾਡੀ ਪਿਆਰ ਭਰੀ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫੇਰ ਤੋਂ ਅਸੀਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਭਲੇ ਚੰਗੇ ਹੋਵੋਗੇ ਅਤੇ ਪਰਮੇਸ਼ਰ ਦੇ ਵਚਨ ਦਾ ਆਨੰਦ ਮਾਣ ਰਹੇ ਹੋਵੋਗੇ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਦਾਨੀਏਲ ਨਬੀ ਦੀ ਪੁਸਤਕ ਦੇ 9 ਅਧਿਆਏ ਦਾ ਅਧਿਐਨ ਕਰਦੇ ਆ ਰਹੇ ਸੀ। ਅਸੀਂ ਜਾਣਿਆ ਕਿ ਇਹ ਦਾਨੀਏਲ ਦੀ ਪੁਸਤਕ ਦਾ ਸਭ ਤੋਂ ਲੰਬਾ ਅਤੇ ਮਹੱਤਵਪੂਰਨ ਅਧਿਆਇ ਹੈ। ਅਸੀਂ ਜਾਣਿਆ ਕਿ ਇਹ ਦਾਨੀਏਲ ਦੀ ਉਹ ਪ੍ਰਾਰਥਨਾ ਹੈ ਜਿਸ ਨੂੰ ਜਾਣ ਕੇ ਅਸੀਂ ਵੀ ਇਹ ਸਿੱਖ ਸਕਦੇ ਹਾਂ ਕਿ ਸਾਨੂੰ ਪ੍ਰਾਰਥਨਾ ਕਿਵੇਂ ਕਰਨੀ ਚਾਹੀਦੀ ਹੈ। ਅਸੀਂ ਜਾਣਿਆ ਕਿ ਦਾਨੀਏਲ ਨਬੀ ਨੂੰ ਪਰਮੇਸ਼ਰ ਦੇ ਵਚਨ ਦੇ ਉੱਤੇ ਬਹੁਤ ਭਰੋਸਾ ਸੀ। ਉਹ ਵਚਨ ਦੀਆਂ ਗੱਲਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਸੀ। ਇੱਕ ਦਿਨ ਜਦੋਂ ਯਰਮੀਆ ਨਬੀ ਦੀ ਪੁਸਤਕ ਵਿੱਚੋਂ ਭਵਿੱਖਬਾਣੀ ਦੀਆਂ ਗੱਲਾਂ ਨੂੰ ਵੇਖ ਰਿਹਾ ਸੀ ਤਾਂ ਉਹਨੇ ਵੇਖਿਆ ਕਿ ਬਾਬੁਲ ਦੇ ਵਿੱਚ ਉਹਨਾਂ ਦੇ ਗੁਲਾਮੀ ਦੇ ਦਿਨ ਪੂਰੇ ਹੋ ਗਏ ਹਨ। ਹੁਣ ਪਰਮੇਸ਼ਰ ਬਾਬੁਲ ਦੇ ਨਾਲ ਨਜਿੱਠਣ ਜਾ ਰਿਹਾ। ਇਸ ਭਵਿੱਖਬਾਣੀ ਨੂੰ ਪੂਰਾ ਹੁੰਦਾ ਵੇਖ ਕੇ ਉਸ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ। ਤਾਂ ਉਹ 9ਵੇਂ ਅਧਿਆਏ ਦੇ ਵਿੱਚ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਦਾ ਹੈ। ਇਹ ਪ੍ਰਾਰਥਨਾ ਦਾ ਸਭ ਤੋਂ ਉਮਦਾ ਨਮੂਨਾ ਹੈ ਜਿਸ ਨੂੰ ਕਿ ਅਸੀਂ ਸਾਰਿਆਂ ਨੂੰ ਸਿੱਖਣ ਦੀ ਜ਼ਰੂਰਤ ਹੈ। ਦੋਸਤੋ, ਅਸੀਂ ਸਿੱਖਿਆ ਕਿ ਪ੍ਰਾਰਥਨਾ ਉਦੋਂ ਹੀ ਪ੍ਰਭਾਵਸ਼ਾਲੀ ਹੁੰਦੀ ਹੈ ਜਦੋਂ ਅਸੀਂ ਉਸ ਨੂੰ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਕਰਦੇ ਹਾਂ। ਸਾਨੂੰ ਹਮੇਸ਼ਾ ਪ੍ਰਾਰਥਨਾ ਬਾਈਬਲ ਬਾਣੀ ਨੂੰ ਅੱਗੇ ਰੱਖ ਕੇ ਹੀ ਕਰਨੀ ਚਾਹੀਦੀ ਹੈ। ਸਾਡਾ ਅੱਜ ਦਾ ਵਿਸ਼ਾ ਹੈ ਪਰਮੇਸ਼ਰ ਦੇ ਲੋਕ ਅਤੇ ਪ੍ਰਾਰਥਨਾ। ਦੋਸਤੋ, ਆਪਣੇ ਪਿਛਲੇ ਪ੍ਰੋਗਰਾਮ ਦੇ ਬਾਕੀ ਹਿੱਸੇ ਨੂੰ ਅਸੀਂ ਆਪਣੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਜਾਰੀ ਰੱਖਾਂਗੇ। ਯਾਨੀ ਕਿ ਅਸੀਂ ਅੱਜ ਵੀ ਪਰਮੇਸ਼ਰ ਦੇ ਲੋਕ ਅਤੇ ਪ੍ਰਾਰਥਨਾ ਦੇ ਉੱਤੇ ਆਪਣੇ ਅਧਿਐਨ ਨੂੰ ਜਾਰੀ ਰੱਖਾਂਗੇ। ਅੱਜ ਅਸੀਂ ਸਿੱਖਾਂਗੇ ਕਿ ਜਦੋਂ ਅਸੀਂ ਪ੍ਰਾਰਥਨਾ ਦੇ ਵਿੱਚ ਆਪਣੀ ਦੁਸ਼ਟਤਾ ਨੂੰ ਸਵੀਕਾਰ ਕਰ ਲੈਂਦੇ ਹਾਂ ਤਾਂ ਸਾਡੇ ਵਿੱਚੋਂ ਜੀਵਨ ਬਦਲਣ ਵਾਲੀ ਪ੍ਰਾਰਥਨਾ ਨਿਕਲਦੀ ਹੈ ਅਤੇ ਜੀਵਨ ਬਦਲਣ ਵਾਲੀ ਪ੍ਰਾਰਥਨਾ ਸਾਡੀ ਭਗਤੀ ਦੇ ਵਿੱਚ ਮਹਿਮਾ ਲੈ ਕੇ ਆਉਂਦੀ ਹੈ। ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਬਣੇ ਰਹੋ, ਤੁਸੀਂ ਜ਼ਰੂਰ ਆਸ਼ੀਸ਼ ਪਾਓਗੇ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯੀਸ਼ੂ ਦੇ ਆਉਣ ਵਿੱਚ ਦੇਰ ਨਹੀਂ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯੀਸ਼ੂ ਦੇ ਆਉਣ ਵਿੱਚ ਦੇਰ ਨਹੀਂ। ਉਸ ਦੇ ਵਾਅਦੇ ਸਾਰੇ ਪੂਰੇ ਹੋ ਰਹੇ ਨੇ, ਤਿਆਰ ਹੋ ਜਾ। ਉਸ ਦੇ ਵਾਅਦੇ ਸਾਰੇ ਪੂਰੇ ਹੋ ਰਹੇ ਨੇ, ਤਿਆਰ ਹੋ ਜਾ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯੀਸ਼ੂ ਦੇ ਆਉਣ ਵਿੱਚ ਦੇਰ ਨਹੀਂ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯੀਸ਼ੂ ਦੇ ਆਉਣ ਵਿੱਚ ਦੇਰ ਨਹੀਂ। ਲੜਾਈਆਂ ਅਕਾਲ ਤੇ ਭੂਚਾਲ ਨਾਲ ਕਈ ਬਿਮਾਰੀਆਂ ਨਾਲ ਨਾਸ਼ ਹੋ ਰਹੇ ਨੇ। ਲੜਾਈਆਂ ਅਕਾਲ ਤੇ ਭੂਚਾਲ ਨਾਲ ਕਈ ਬਿਮਾਰੀਆਂ ਨਾਲ ਨਾਸ਼ ਹੋ ਰਹੇ ਨੇ। ਰਾਜੇ ਰਾਜਿਆਂ ਦੇ ਵਿਰੁੱਧ ਖੜੇ ਹੋ ਰਹੇ ਨੇ, ਤਿਆਰ ਹੋ ਜਾ। ਰਾਜੇ ਰਾਜਿਆਂ ਦੇ ਵਿਰੁੱਧ ਖੜੇ ਹੋ ਰਹੇ ਨੇ, ਤਿਆਰ ਹੋ ਜਾ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯੀਸ਼ੂ ਦੇ ਆਉਣ ਵਿੱਚ ਦੇਰ ਨਹੀਂ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯੀਸ਼ੂ ਦੇ ਆਉਣ ਵਿੱਚ ਦੇਰ ਨਹੀਂ।
ਕਈ ਸੇਵਕ ਵੀ ਲਹਿਜਾ ਤੋਂ ਫਿਰ ਜਾਵਣਗੇ। ਪਾਪ ਦੇ ਕਾਰਨ ਪ੍ਰੀਤ ਠੰਡੀ ਪੈ ਜਾਏਗੀ, ਕਈ ਸੇਵਕ ਵੀ ਲਹਿਜਾ ਤੋਂ ਫਿਰ ਜਾਵਣਗੇ। ਇਹ ਯਿਸੂ ਦੇ ਨੇ ਆਉਣ ਦੀਆਂ ਨਿਸ਼ਾਨੀਆਂ, ਤਿਆਰ ਹੋ ਜਾ। ਇਹ ਯਿਸੂ ਦੇ ਨੇ ਆਉਣ ਦੀਆਂ ਨਿਸ਼ਾਨੀਆਂ, ਤਿਆਰ ਹੋ ਜਾ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯਿਸੂ ਦੇ ਆਉਣ ਵਿੱਚ ਦੇਰ ਨਹੀਂ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯਿਸੂ ਦੇ ਆਉਣ ਵਿੱਚ ਦੇਰ ਨਹੀਂ। ਬਦਲਾਂ ਦੇ ਰਾਹੀ ਯਿਸੂ ਆਉਣ ਵਾਲਾ ਏ, ਜੋ ਪਾਖੰਡ ਉਹਨਾਂ ਨੂੰ ਲੈ ਜਾਵੇਗਾ। ਬਦਲਾਂ ਦੇ ਰਾਹੀ ਯਿਸੂ ਆਉਣ ਵਾਲਾ ਏ, ਜੋ ਪਾਖੰਡ ਉਹਨਾਂ ਨੂੰ ਲੈ ਜਾਵੇਗਾ। ਉਹਦਾ ਪਿਆਰਾ ਮੂੰਹ ਵੇਖ ਕੇ ਮਗਨ ਹੋਵਾਂਗੇ, ਤਿਆਰ ਹੋ ਜਾ। ਉਹਦਾ ਪਿਆਰਾ ਮੂੰਹ ਵੇਖ ਕੇ ਮਗਨ ਹੋਵਾਂਗੇ, ਤਿਆਰ ਹੋ ਜਾ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯਿਸੂ ਦੇ ਆਉਣ ਵਿੱਚ ਦੇਰ ਨਹੀਂ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯਿਸੂ ਦੇ ਆਉਣ ਵਿੱਚ ਦੇਰ ਨਹੀਂ। 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 ਪਰਮੇਸ਼ਰ ਦੇ ਲੋਕ ਅਤੇ ਪ੍ਰਾਰਥਨਾ। ਪਿਛਲੇ ਪਾਠ ਤੋਂ ਅੱਗੇ ਨੰਬਰ 4, ਜਦ ਅਸੀਂ ਪਰਮੇਸ਼ਰ ਦੇ ਸਾਹਮਣੇ ਆਪਣੀ ਦੁਸ਼ਟਤਾ ਨੂੰ ਸਵੀਕਾਰ ਕਰ ਲੈਂਦੇ ਹਾਂ ਤਾਂ ਜੀਵਨ ਬਦਲਣ ਵਾਲੀ ਪ੍ਰਾਰਥਨਾ ਨਿਕਲਦੀ ਹੈ। ਨੰਬਰ 5, ਜੀਵਨ ਬਦਲਣ ਵਾਲੀ ਪ੍ਰਾਰਥਨਾ ਸਾਡੀ ਭਗਤੀ ਵਿੱਚ ਮਹਿਮਾ ਕਰਦੀ ਹੈ। ਭਾਗ ਊੜਾ ਉਸ ਦੀ ਸ਼ਕਤੀ, ਭਾਗ ਐੜਾ ਉਸ ਦਾ ਪ੍ਰਤਾਪ, ਭਾਗ ਈੜੀ ਉਸ ਦੀ ਕਰੁਣਾ, ਭਾਗ ਸੱਸਾ ਉਸ ਦੀ ਵਫਾਦਾਰੀ, ਭਾਗ ਹਾਹਾ ਉਸ ਦੀ ਪਵਿੱਤਰਤਾਈ। ਮੈਂ ਚਾਹੁੰਦਾ ਹਾਂ ਦਾਨੀਏਲ ਦੇ 9ਵੇਂ ਅਧਿਆਏ ਦੀ ਐਤ 15 ਨੂੰ ਪੜ੍ਹਨਾ ਸ਼ੁਰੂ ਕਰਾਂ। ਅਸੀਂ 19 ਐਤ ਤੱਕ ਪੜ੍ਹਨ ਜਾ ਰਹੇ ਹਾਂ। ਅਤੇ ਹੁਣ ਹੇ ਪ੍ਰਭੂ ਸਾਡੇ ਪਰਮੇਸ਼ਰ, ਜੋ ਬਲ ਵਾਲੀ ਆਪਣੀ ਬਾਂਹ ਨਾਲ ਆਪਣੀ ਪ੍ਰਜਾ ਨੂੰ ਮਿਸਰ ਦੇ ਦੇਸ਼ ਵਿੱਚੋਂ ਬਾਹਰ ਕੱਢ ਲਿਆਇਆ ਅਤੇ ਤੈਂ ਆਪਣਾ ਨਾਮ ਵੱਡਾ ਕੀਤਾ, ਜਿਵੇਂ ਅੱਜ ਦੇ ਦਿਨ ਹੈ। ਅਸਾਂ ਪਾਪ ਕੀਤੇ, ਅਸਾਂ ਟੇਢੇ ਕੰਮ ਕੀਤੇ। ਹੇ ਪ੍ਰਭੂ, ਤੂੰ ਆਪਣੇ ਸਾਰੇ ਧਰਮ ਅਨੁਸਾਰ ਆਪਣੇ ਗੁੱਸੇ ਅਤੇ ਆਪਣੇ ਕ੍ਰੋਧ ਦੀ ਥਾਂ, ਜੋ ਤੇਰੇ ਹੀ ਸ਼ਹਿਰ ਯਰੂਸ਼ਲਮ ਉੱਤੇ ਹੈ, ਜੋ ਪਵਿੱਤਰ ਪਹਾੜ ਹੈ, ਮੂੰਹ ਮੋੜ, ਕਿਉਂ ਜੋ ਸਾਡੇ ਪਾਪਾਂ ਦੇ ਅਤੇ ਸਾਡੇ ਪਿਓ ਦਾਦਾਂ ਦੇ ਟੇਢੇ ਕੰਮਾਂ ਦੇ ਕਾਰਨ ਯਰੂਸ਼ਲਮ ਅਤੇ ਤੇਰੀ ਪ੍ਰਜਾ ਉਹਨਾਂ ਸਭਨਾਂ ਲੋਕਾਂ ਦੇ ਅੱਗੇ ਜੋ ਚੁਫੇਰੇ ਵੱਸਦੇ ਹਨ, ਉਲਾਭਿਆ ਯੋਗ ਹੋਈ। ਹੁਣ ਹੇ ਸਾਡੇ ਪਰਮੇਸ਼ਰ, ਆਪਣੇ ਸੇਵਕ ਦੀ ਅਰਦਾਸ ਅਤੇ ਬੇਨਤੀ ਸੁਣ ਅਤੇ ਆਪਣੇ ਮੂੰਹ ਦਾ ਪ੍ਰਕਾਸ਼ ਨੂੰ ਪ੍ਰਭੂ ਦੇ ਲਈ ਆਪਣੇ ਪਵਿੱਤਰ ਥਾਂ ਉੱਤੇ ਜਿਹੜਾ ਉਜਾੜ ਪਿਆ ਹੈ ਚਮਕਾ। ਹੇ ਮੇਰੇ ਪਰਮੇਸ਼ਰ, ਆਪਣਾ ਕੰਨ ਲਾ ਕੇ ਸੁਣ, ਆਪਣੀਆਂ ਅੱਖੀਆਂ ਖੋਲ ਅਤੇ ਸਾਡੀਆਂ ਉਜਾੜਾਂ ਨੂੰ ਅਤੇ ਉਸ ਸ਼ਹਿਰ ਨੂੰ ਜਿਹੜਾ ਤੇਰੇ ਨਾਮ ਉੱਤੇ ਸਤਾਉਂਦਾ ਹੈ ਵੇਖ, ਜੋ ਅਸੀਂ ਆਪਣੇ ਧਰਮ ਅਨੁਸਾਰ ਨਹੀਂ ਸਗੋਂ ਤੇਰੀ ਅਤਿਅੰਤ ਦਇਆ ਉੱਤੇ ਆਸ ਰੱਖ ਕੇ ਤਰਲੇ ਕਰਦੇ ਹਾਂ। ਹੇ ਪ੍ਰਭੂ ਸੁਣ, ਹੇ ਪ੍ਰਭੂ ਬਖਸ਼ ਦੇ, ਹੇ ਪ੍ਰਭੂ ਸੁਣ ਲੈ। ਹੇ ਮੇਰੇ ਪਰਮੇਸ਼ਰ, ਆਪਣੇ ਹੀ ਲਈ ਢਿੱਲ ਨਾ ਲਾ, ਇਸ ਲਈ ਜੋ ਤੇਰਾ ਸ਼ਹਿਰ ਅਤੇ ਪ੍ਰਜਾ ਤੇਰੀ ਸਦਾਉਂਦੀ ਹੈ। ਜਦ ਅਸੀਂ ਦਾਨੀਏਲ ਦੀ ਪ੍ਰਾਰਥਨਾ ਨੂੰ ਪੜ੍ਹਨਾ ਸ਼ੁਰੂ ਕਰਦੇ ਹਾਂ, ਅਸੀਂ ਜਾਣ ਚੁੱਕੇ ਹਾਂ ਕਿ ਇਹ ਇੱਕ ਮਹਾਨ ਅਧਿਆਇ ਹੈ ਅਤੇ ਇਹ ਅਧਿਆਇ ਇੱਕ ਮਹਾਨ ਪ੍ਰਾਰਥਨਾ ਹੈ। ਜੇ ਮੈਂ ਤੁਹਾਡੇ ਕੋਲੋਂ ਇਹ ਪੁੱਛਾਂ, ਦਾਨੀਏਲ ਦੇ 9ਵੇਂ ਅਧਿਆਇ ਦੀ ਕੀ ਮਹੱਤਤਾ ਹੈ, ਅਕਸਰ ਸਾਡਾ ਜਵਾਬ ਇਹ ਹੀ ਹੋਵੇਗਾ ਕਿ ਇਸ ਦੇ ਅੰਦਰ ਦਾਨੀਏਲ ਦੀ 70 ਹਫ਼ਤੇ ਦੀ ਮਹਾਨ ਭਵਿੱਖਬਾਣੀ ਹੈ। ਉਹ ਸ਼ਾਇਦ ਇਹ ਠੀਕ ਹੈ ਕਿ ਪੁਰਾਣੇ ਨੇਮ ਦੀ ਇਹ ਇੱਕ ਮਹਾਨ ਭਵਿੱਖਬਾਣੀ ਹੈ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਹਮੇਸ਼ਾ ਤੁਸੀਂ ਇਸ ਭਵਿੱਖਬਾਣੀ ਵਿੱਚ ਜਾਣ ਤੋਂ ਪਹਿਲਾਂ ਦਾਨੀਏਲ ਦੀ ਪ੍ਰਾਰਥਨਾ ਵੱਲ ਗੌਰ ਕਰੋ
ਅਤੇ ਅਸੀਂ ਇਹ ਹੀ ਕਰਨ ਜਾ ਰਹੇ ਹਾਂ। ਇਹ ਬਹੁਤ ਹੀ ਅੱਛੀ ਗੱਲ ਹੈ ਕਿ ਸਾਡੇ ਸਮਝਣ ਲਈ ਇਹ ਪ੍ਰਾਰਥਨਾ ਇਸ ਅਧਿਆਇ ਵਿੱਚ ਦਰਜ ਕੀਤੀ ਗਈ ਹੈ, ਤਾਂ ਕਿ ਅਸੀਂ ਇਸ ਨੂੰ ਪੜ੍ਹੀਏ ਅਤੇ ਨਸੀਹਤ ਲਈਏ। ਮੈਂ ਇਸ ਹਫ਼ਤੇ ਜੀ.ਸੀ. ਰੈਲੇ ਦੇ ਸ਼ਬਦ ਪੜ੍ਹ ਰਿਹਾ ਸੀ, ਜੋ 19ਵੀਂ ਸ਼ਤਾਬਦੀ ਵਿੱਚ ਲੀਵਰਪੂਲ ਦਾ ਬਿਸ਼ਪ ਸੀ, ਜਿਸ ਨੇ ਆਖਿਆ ਸੀ, ਮੈਂ ਬਹੁਤ ਸਾਰੇ ਬੁੱਧੀਜੀਵੀ ਮਸੀਹਾਂ ਦੀ ਜੀਵਨੀ ਪੜ੍ਹੀ ਜੋ ਬਾਈਬਲ ਦੇ ਦਿਨਾਂ ਵਿੱਚ ਧਰਤੀ ਉੱਪਰ ਸਨ। ਉਹਨਾਂ ਵਿੱਚੋਂ ਕੁਝ ਬਹੁਤ ਅਮੀਰ ਸਨ ਅਤੇ ਕੁਝ ਬਹੁਤ ਹੀ ਗਰੀਬ ਸਨ। ਕੁਝ ਪੜ੍ਹੇ ਲਿਖੇ ਅਤੇ ਕੁਝ ਅਨਪੜ੍ਹ ਸਨ। ਉਹਨਾਂ ਵਿੱਚੋਂ ਕੋਈ ਕਿਸੇ ਡਿਨੋਮੀਨੇਸ਼ਨ ਦਾ ਸੀ ਅਤੇ ਕੋਈ ਕਿਸੇ ਹੋਰ ਦਾ। ਕੁਝ ਪੂਜਾ ਵਿਧੀ ਨੂੰ ਪਹਿਲ ਦਿੰਦੇ ਸੀ, ਕੁਝ ਨਹੀਂ ਦਿੰਦੇ ਸੀ। ਪਰ ਜਦ ਮੈਂ ਪਰਮੇਸ਼ਰ ਦੀ ਆਸ਼ੀਸ਼ ਉਹਨਾਂ ਉੱਤੇ ਵੇਖੀ, ਤਦ ਮੈਂ ਇੱਕ ਗੱਲ ਸਭ ਵਿੱਚ ਵੇਖੀ ਕਿ ਉਹ ਪ੍ਰਾਰਥਨਾ ਕਰਨ ਵਾਲੇ ਜਨ ਬਣ ਗਏ ਸਨ। ਇਹ ਗੱਲ ਤੁਹਾਨੂੰ ਇਸ ਅਧਿਆਇ ਦੀ ਸੱਚਾਈ ਦੇ ਬਾਰੇ ਦੱਸਦੀ ਹੈ। ਅਸੀਂ ਇੱਥੇ ਇੱਕ ਮਨੁੱਖ ਨੂੰ ਵੇਖਦੇ ਹਾਂ ਜੋ ਦਾਨੀਏਲ ਹੈ, ਜਿਸ ਨੇ ਸਾਨੂੰ ਕਈ ਗੱਲਾਂ ਸਮਝਾਈਆਂ ਕਿਉਂ ਜੋ ਉਹ ਪ੍ਰਾਰਥਨਾ ਕਰਨ ਵਾਲਾ ਮਨੁੱਖ ਸੀ। ਉਹ ਆਪਣੇ ਜੀਵਨ ਵਿੱਚ ਪ੍ਰਾਰਥਨਾ ਨੂੰ ਸਭ ਤੋਂ ਜ਼ਿਆਦਾ ਮਹੱਤਤਾ ਦਿੰਦਾ ਸੀ। ਅਸੀਂ ਉਸ ਦੀ ਪ੍ਰਾਰਥਨਾ ਨੂੰ ਪੜ੍ਹ ਕੇ ਆਪਣੇ ਜੀਵਨ ਨੂੰ ਵੀ ਪ੍ਰਾਰਥਨਾ ਦੇ ਜੀਵਨ ਵਿੱਚ ਬਦਲ ਸਕਦੇ ਹਾਂ। ਹੁਣ ਅਸੀਂ ਇਸ ਅਧਿਆਇ ਨੂੰ ਪੜ੍ਹਨ ਜਾ ਰਹੇ ਹਾਂ ਅਤੇ ਅਸੀਂ ਸਿੱਖਿਆ ਹੈ ਕਿ ਜੀਵਨ ਬਦਲਣ ਵਾਲੀ ਪ੍ਰਾਰਥਨਾ ਸਾਨੂੰ ਬਹੁਤ ਮਹੱਤਵਪੂਰਨ ਨੇਮ ਦੱਸਦੀ ਹੈ। ਅਸੀਂ ਵੇਖਿਆ ਸੀ ਕਿ ਦਾਨੀਏਲ ਦੀ ਪ੍ਰਾਰਥਨਾ ਸਾਡੇ ਲਈ ਇੱਕ ਉਦਾਹਰਨ ਹੈ। ਇਹ ਪ੍ਰਾਰਥਨਾ ਤਾਂ ਇੱਕ ਵਿਆਖਿਆ ਹੈ ਜਿਸ ਨੂੰ ਅਸੀਂ ਪੜ੍ਹ ਕੇ ਪ੍ਰਾਰਥਨਾ ਦਾ ਨੇਮ ਸਮਝ ਸਕਦੇ ਹਾਂ। ਸਭ ਤੋਂ ਪਹਿਲਾਂ ਅਸੀਂ ਵੇਖਿਆ ਸੀ ਕਿ ਜੀਵਨ ਬਦਲਣ ਵਾਲੀ ਪ੍ਰਾਰਥਨਾ ਪਰਮੇਸ਼ਰ ਦੇ ਵਚਨ ਨਾਲ ਪ੍ਰੇਰਿਤ ਹੁੰਦੀ ਹੈ। ਐਤ 1 ਅਤੇ 2 ਵਿੱਚ ਅਸੀਂ ਵੇਖਿਆ ਸੀ ਕਿ ਦਾਨੀਏਲ ਜ਼ਰਮੀਆ ਦੀ ਕਿਤਾਬ ਪੜ੍ਹ ਰਿਹਾ ਸੀ ਅਤੇ ਜਦ ਉਸਨੇ ਜ਼ਰਮੀਆ ਦੀ ਭਵਿੱਖਬਾਣੀ ਨੂੰ ਪੜ੍ਹਿਆ ਅਤੇ ਉਸ ਨੂੰ ਪਤਾ ਲੱਗਾ ਕਿ 70 ਸਾਲ ਤਾਂ ਬੀਤ ਚੁੱਕੇ ਹਨ ਅਤੇ ਇਹ ਭਵਿੱਖਬਾਣੀ ਉਸ ਦੀ ਪ੍ਰਾਰਥਨਾ ਦਾ ਕਾਰਨ ਬਣੀ। ਉਸ ਨੇ ਪਰਮੇਸ਼ਰ ਅੱਗੇ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ ਕਿ ਤੂੰ ਜੋ ਜ਼ਰਮੀਆ ਦੇ ਰਾਹੀਂ 70 ਸਾਲ ਲਈ ਆਖਿਆ ਸੀ ਕਿ ਤੇਰੇ ਲੋਕ 70 ਸਾਲ ਲਈ ਉਜੜੇ ਰਹਿਣਗੇ, ਉਹ ਸਮਾਂ ਪੂਰਾ ਹੋ ਗਿਆ ਹੈ। ਹੁਣ ਤੂੰ ਉਹਨਾਂ ਦੀ ਸੁਣ। ਅਸੀਂ ਵੇਖਦੇ ਹਾਂ ਕਿ ਪਰਮੇਸ਼ਰ ਦੇ ਵਚਨ ਸਾਨੂੰ ਪ੍ਰਾਰਥਨਾ ਕਰਨ ਲਈ ਪ੍ਰੇਰਿਤ ਕਰਦੇ ਹਨ। ਜਿਸ ਤਰ੍ਹਾਂ ਹੀ ਅਸੀਂ ਪਰਮੇਸ਼ਰ ਦੇ ਸ਼ਬਦਾਂ ਨੂੰ ਜਾਣ ਜਾਂਦੇ ਹਾਂ, ਸਾਡੇ ਦਿਲ ਵਿੱਚ ਜੀਵਨ ਬਦਲਣ ਵਾਲੀ ਪ੍ਰਾਰਥਨਾ ਸ਼ੁਰੂ ਹੋ ਜਾਂਦੀ ਹੈ। ਅਸੀਂ ਇਹ ਵੀ ਸਮਝਿਆ ਸੀ ਕਿ ਪ੍ਰਾਰਥਨਾ ਪਰਮੇਸ਼ਰ ਦੀ ਇੱਛਾ ਦੇ ਮੁਤਾਬਕ ਹੀ ਹੋਣੀ ਚਾਹੀਦੀ ਹੈ। ਜਦ ਦਾਨੀਏਲ ਨੂੰ ਪਤਾ ਲੱਗਾ ਕਿ ਪਰਮੇਸ਼ਰ ਨੇ ਆਖਿਆ ਹੈ ਕਿ ਉਹ 70 ਸਾਲ ਦੇ ਬਾਅਦ ਆਪਣੇ ਲੋਕਾਂ ਦੀ ਸੁਧ ਲਵੇਗਾ, ਤਾਂ ਉਸ ਨੇ 19ਵੀਂ ਐਤ ਵਿੱਚ ਆਖਿਆ, ਹੇ ਪ੍ਰਭੂ ਸੁਣ, ਹੇ ਪ੍ਰਭੂ ਬਖਸ਼ ਦੇ, ਹੇ ਪ੍ਰਭੂ ਸੁਣ ਲੈ, ਹੇ ਪ੍ਰਭੂ ਕੰਮ ਕਰ, ਹੇ ਮੇਰੇ ਪਰਮੇਸ਼ਰ ਆਪਣੇ ਲਈ ਢਿੱਲ ਨਾ ਲਾ। ਇਸ ਲਈ ਜੋ ਤੇਰਾ ਸ਼ਹਿਰ ਅਤੇ ਤੇਰੀ ਪ੍ਰਜਾ ਤੇਰੇ ਨਾਮ ਦੀ ਸਤਾਉਂਦੀ ਹੈ, ਉਸ ਨੂੰ ਪਰਮੇਸ਼ਰ ਦੀ ਮਰਜ਼ੀ ਦਾ ਪਤਾ ਲੱਗ ਗਿਆ ਸੀ ਕਿ ਉਹ ਕੰਮ ਕਰ ਰਿਹਾ ਹੈ ਅਤੇ ਇਸ ਲਈ ਉਸ ਨੇ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ ਕਿ ਹੁਣ ਆਪਣੀ ਮਰਜ਼ੀ ਪੂਰੀ ਕਰਨ ਵਿੱਚ ਦੇਰ ਨਾ ਲਾ। ਰਿਚਰਡ ਬਾਕਸਰ, ਜੋ ਇੱਕ ਨਿਯਮਨਿਸ਼ਟ ਵਿਅਕਤੀ ਸੀ, ਉਸ ਨੇ ਇੱਕ ਨਤੀਜਾ ਕੱਢਿਆ ਸੀ ਕਿ ਪਵਿੱਤਰਤਾਈ ਜੀਵਨ ਜਿਉਣ ਦਾ ਇੱਕ ਰਾਜ ਹੈ ਕਿ ਪਰਮੇਸ਼ਰ ਦੀ ਇੱਛਾ ਨੂੰ ਜਾਣ ਕੇ ਉਸ ਦੀ ਹੀ ਇੱਛਾ ਦੇ ਅਨੁਸਾਰ ਜੀਵਨ ਦਾ ਹਰੇਕ ਦਿਨ ਬਿਤਾਇਆ ਜਾਵੇ। ਅਸੀਂ ਵੀ ਇੱਥੇ ਇਹ ਹੀ ਸਿੱਖ ਰਹੇ ਹਾਂ ਕਿ ਸੱਚੀ ਪ੍ਰਾਰਥਨਾ ਜੋ ਜੀਵਨ ਨੂੰ ਬਦਲ ਦਿੰਦੀ ਹੈ, ਉਹ ਨਾ ਕੇਵਲ ਪਰਮੇਸ਼ਰ ਦੇ ਵਚਨ ਨਾਲ ਪ੍ਰਭਾਵਿਤ ਹੁੰਦੀ ਹੈ ਅਤੇ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਵੀ ਹੁੰਦੀ ਹੈ, ਪਰ ਉਹ ਪਰਮੇਸ਼ਰ ਦੇ ਸਾਹਮਣੇ ਸਾਡੇ ਚਾਲ ਚੱਲਣ ਨੂੰ ਵੀ ਪ੍ਰਗਟ ਕਰਦੀ ਹੈ। ਦਾਨੀਏਲ ਆਪਣੇ ਜੀਵਨ ਵਿੱਚ ਵਿਅਕਤੀਗਤ ਤੌਰ ਤੇ ਪਰਮੇਸ਼ਰ ਦੇ ਨਾਲ-ਨਾਲ ਚੱਲਦਾ ਸੀ ਅਤੇ ਉਸ ਦੀ ਪ੍ਰਾਰਥਨਾ ਨੇ 2 ਗੁਣ ਪ੍ਰਗਟ ਕੀਤੇ ਸਨ। ਸਭ ਤੋਂ ਪਹਿਲਾ ਗੁਣ ਉਸ ਦੀ ਪ੍ਰਾਰਥਨਾ ਦੀ ਬਰੰਬਰਤਾ ਅਸੀਂ 6ਵੇਂ ਅਧਿਆਇ ਵਿੱਚ ਵੇਖਿਆ ਸੀ ਕਿ ਦਾਨੀਏਲ ਹਰ ਰੋਜ਼ 3 ਵਾਰ ਪਰਮੇਸ਼ਰ ਦੇ ਅੱਗੇ ਗੋਡਿਆਂ ਭਾਰ ਹੋ ਕੇ ਝੁਕਦਾ ਸੀ। ਪਰ ਅਸੀਂ ਉਸ ਦੀ ਪ੍ਰਾਰਥਨਾ ਵਿੱਚ ਦੂਜਾ ਗੁਣ ਵੀ ਵੇਖਦੇ ਹਾਂ। ਅਸੀਂ ਇਹ ਵੀ ਸਮਝਿਆ ਸੀ ਕਿ ਧਰਮੀ ਮਨੁੱਖ ਦੀ ਤੀਬਰ ਪ੍ਰਾਰਥਨਾ ਬਹੁਤ ਕੁਝ ਕਰ ਸਕਦੀ ਹੈ। ਜਦ ਤੁਸੀਂ ਦਾਨੀਏਲ ਦੀ ਪ੍ਰਾਰਥਨਾ ਨੂੰ ਪੜ੍ਹਿਆ ਅਤੇ ਵੇਖਿਆ ਕਿ ਉਹ ਟਾਟ ਪਾ ਕੇ ਅਤੇ ਸੁਆਹ ਮੱਲ ਕੇ ਅਤੇ ਵਰਤ ਰੱਖ ਕੇ ਤੀਬਰਤਾ ਨਾਲ ਪ੍ਰਾਰਥਨਾ ਕਰਦਾ ਸੀ। ਨੰਬਰ 4, ਜਦ ਅਸੀਂ ਪਰਮੇਸ਼ਰ ਦੇ ਸਾਹਮਣੇ ਆਪਣੀ ਦੁਸ਼ਟਤਾ ਨੂੰ ਸਵੀਕਾਰ ਕਰ ਲੈਂਦੇ ਹਾਂ,
ਤਾਂ ਜੀਵਨ ਬਦਲਣ ਵਾਲੀ ਪ੍ਰਾਰਥਨਾ ਨਿਕਲਦੀ ਹੈ। ਅਸੀਂ ਪਹਿਲੇ 3 ਨਿਯਮ ਵਿੱਚ 2 ਹੋਰ ਜੋੜਨ ਜਾ ਰਹੇ ਹਾਂ। ਨੰਬਰ 4, ਜੀਵਨ ਵਧਣ ਵਾਲੀ ਪ੍ਰਾਰਥਨਾ ਪਰਮੇਸ਼ਰ ਦੇ ਸਾਹਮਣੇ ਸਾਡੀ ਦੁਸ਼ਟਤਾ ਵਿੱਚੋਂ ਨਿਕਲਦੀ ਹੈ। ਜਦ ਅਸੀਂ ਦਾਨੀਏਲ ਦੀ ਪ੍ਰਾਰਥਨਾ ਨੂੰ ਪੜ੍ਹਿਆ ਤੇ ਅਸੀਂ ਵੇਖ ਕੇ ਹੈਰਾਨ ਹੋਏ ਕਿ ਦਾਨੀਏਲ ਨੂੰ ਆਪਣੇ ਲੋਕਾਂ ਦੀ ਦੁਸ਼ਟਤਾ ਦਾ ਪੂਰੀ ਤਰ੍ਹਾਂ ਧਿਆਨ ਸੀ। ਜੇ ਤੁਸੀਂ 5ਵੀਂ ਐਤ ਵਿੱਚ ਵੇਖੋ ਤਾਂ ਦਾਨੀਏਲ ਪਰਮੇਸ਼ਰ ਦੇ ਸਾਹਮਣੇ ਆਪਣੇ ਲੋਕਾਂ ਦੇ ਪਾਪਾਂ ਨੂੰ ਸਵੀਕਾਰ ਕਰ ਰਿਹਾ ਹੈ। ਉਹ ਆਖਦਾ ਹੈ, ਅਸਾਂ ਪਾਪ ਕੀਤੇ, ਅਸਾਂ ਟੇਢੇ ਕੰਮ ਕੀਤੇ, ਅਸਾਂ ਬਦੀ ਕੀਤੀ, ਅਸਾਂ ਸਿਰ ਚੁੱਕਿਆ ਜੋ ਅਸੀਂ ਤੇਰੀਆਂ ਆਗਿਆਵਾਂ ਅਤੇ ਤੇਰੇ ਨਿਯਮਾਂ ਤੋਂ ਫਿਰ ਗਏ ਹਾਂ। ਅਸੀਂ 5ਵੀਂ ਐਤ ਵਿੱਚ ਵੇਖਦੇ ਹਾਂ ਕਿ ਦਾਨੀਏਲ ਪਰਮੇਸ਼ਰ ਦੇ ਸਾਹਮਣੇ ਆਪਣੇ ਲੋਕਾਂ ਦੇ ਗੁਨਾਹਾਂ ਨੂੰ ਖੁੱਲ੍ਹ ਕੇ ਸਵੀਕਾਰ ਕਰਦਾ ਹੈ। ਇਸ ਐਤ ਤੋਂ ਬਾਅਦ ਜਦ ਤੁਸੀਂ 6ਵੀਂ ਐਤ ਵਿੱਚ ਆਉਂਦੇ ਹੋ ਤਾਂ ਦਾਨੀਏਲ ਆਖਦਾ ਹੈ, ਅਤੇ ਅਸਾਂ ਤੇਰੇ ਸੇਵਕ ਨਬੀਆਂ ਨੂੰ ਨਾ ਮੰਨਿਆ, ਜਿਨ੍ਹਾਂ ਨੇ ਤੇਰਾ ਨਾਮ ਲੈ ਕੇ ਸਾਡੇ ਪਾਤਸ਼ਾਹ, ਸਾਡੇ ਸ਼ਹਿਜ਼ਾਦਿਆਂ ਅਤੇ ਸਾਡੇ ਪਿਓ ਦਾਦਿਆਂ ਅਤੇ ਸਾਡੇ ਦੇਸ਼ ਦੇ ਸਭਨਾਂ ਲੋਕਾਂ ਨੂੰ ਬਾਣੀ ਸਿਖਾਈ। ਉਹ ਅੱਗੇ ਐਤ 7 ਅਤੇ 8 ਵਿੱਚ ਆਖਦਾ ਹੈ, ਹੇ ਪ੍ਰਭੂ, ਧਰਮ ਤੇਰਾ ਹੀ ਹੈ, ਪਰ ਸਾਡੇ ਲਈ ਮੂੰਹ ਚੁਰਾਉਣਾ ਜੋ ਅਸੀਂ ਤੇਰੇ ਪਾਪੀ ਹੋਏ। ਇੱਥੇ ਦਾਨੀਏਲ ਸਪਸ਼ਟ ਆਖਦਾ ਹੈ, ਪ੍ਰਭੂ, ਜਦ ਅਸੀਂ ਤੇਰੇ ਸਾਹਮਣੇ ਖਲੋਂਦੇ ਹਾਂ ਸਾਨੂੰ ਸ਼ਰਮ ਆਉਂਦੀ ਹੈ। ਐਤ 10 ਵਿੱਚ ਉਹ ਆਖਦਾ ਹੈ, ਅਸੀਂ ਯਹੋਵਾ ਆਪਣੇ ਪਰਮੇਸ਼ਰ ਦਾ ਬੋਲ ਨਾ ਮੰਨਿਆ। ਐਤ 11 ਵਿੱਚ ਦਾਨੀਏਲ ਆਖਦਾ ਹੈ, ਹਾਂ, ਸਾਰਾ ਇਜ਼ਰਾਈਲ ਤੇਰੀ ਬਵਿਸਥਾ ਤੋਂ ਫਿਰ ਗਿਆ ਅਤੇ ਮੁੜ ਗਿਆ, ਜੋ ਤੇਰੇ ਬੋਲ ਨਾ ਮੰਨੇ। ਸੋ ਇਸ ਕਰਕੇ ਉਹ ਫਿਟਕਾਰ ਸਾਡੇ ਉੱਤੇ ਆਣ ਪਈ ਅਤੇ ਉਹ ਸਹੁੰ ਵੀ ਜੋ ਪਰਮੇਸ਼ਰ ਦੇ ਸੇਵਕ ਮੂਸਾ ਦੀ ਬਵਿਸਥਾ ਵਿੱਚ ਲਿਖੀ ਹੈ, ਇਸ ਲਈ ਜੋ ਅਸਾਂ ਉਹਦਾ ਪਾਪ ਕੀਤਾ। ਐਤ 15 ਵੱਲ ਧਿਆਨ ਦੇਵੋ, ਅਸਾਂ ਪਾਪ ਕੀਤੇ, ਅਸਾਂ ਟੇਢੇ ਕੰਮ ਕੀਤੇ। ਦਾਨੀਏਲ ਆਪਣੇ ਲੋਕਾਂ ਦੇ ਪਾਪਾਂ ਦੇ ਬਾਰੇ ਪੂਰੀ ਤਰ੍ਹਾਂ ਜਾਗਰੂਕ ਸੀ ਅਤੇ ਪਰਮੇਸ਼ਰ ਦੇ ਸਾਹਮਣੇ ਪੂਰੀ ਤਰ੍ਹਾਂ ਸਵੀਕਾਰ ਕਰਦਾ ਹੈ ਅਤੇ ਉਹ ਪ੍ਰਾਰਥਨਾ ਵਿੱਚ ਆਪਣੇ ਪਾਪ ਸਵੀਕਾਰ ਕਰਦਾ ਹੈ ਅਤੇ ਆਪਣੇ ਲੋਕਾਂ ਦੇ ਪਾਪ ਵੀ ਸਵੀਕਾਰ ਕਰਦਾ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਗੱਲ ਵੱਲ ਧਿਆਨ ਦੇਵੋ ਕਿ ਦਾਨੀਏਲ ਪਰਮੇਸ਼ਰ ਦੇ ਸਾਹਮਣੇ ਸਵੀਕਾਰ ਕਰਦਾ ਹੈ ਕਿ ਉਹ ਤੇਰਾ ਨਿਉ ਇਜ਼ਰਾਈਲ ਉੱਤੇ ਆ ਗਿਆ ਹੈ ਅਤੇ ਉਹ 70 ਸਾਲ ਲਈ ਖਿਡਾ ਦਿੱਤੇ ਗਏ ਹਨ। ਇੱਥੇ ਜੋ ਖਾਸ ਗੱਲ ਹੈ ਉਹ ਇਹ ਹੈ ਕਿ ਦਾਨੀਏਲ ਆਖਦਾ ਹੈ ਕਿ ਅਸੀਂ ਪਾਪੀ ਲੋਕ ਹਾਂ ਅਤੇ ਇਸ ਸਜ਼ਾ ਦੇ ਹੱਕਦਾਰ ਹਾਂ ਜੋ ਸਾਨੂੰ ਮਿਲੀ ਹੈ। ਨਵੇਂ ਨੇਮ ਵਿੱਚ ਆਪਣੇ ਪਾਪਾਂ ਨੂੰ ਸਵੀਕਾਰ ਕਰ ਲੈਣ ਦਾ ਮਤਲਬ ਹੈ ਪਰਮੇਸ਼ਰ ਦੇ ਨਿਆਂ ਨੂੰ ਸਵੀਕਾਰ ਕਰ ਲੈਣਾ। ਜਦ ਅਸੀਂ ਆਪਣੇ ਜੀਵਨ ਵਿੱਚ ਆਪਣੇ ਪਾਪਾਂ ਨੂੰ ਸਵੀਕਾਰ ਕਰ ਲੈਂਦੇ ਹਾਂ ਤਾਂ ਇਸ ਦਾ ਮਤਲਬ ਹੈ ਕਿ ਪਵਿੱਤਰ ਆਤਮਾ ਸਾਡੇ ਉੱਤੇ ਉਹਨਾਂ ਪਾਪਾਂ ਨੂੰ ਪ੍ਰਗਟ ਕਰ ਰਿਹਾ ਹੈ। ਪਰ ਕੀ ਤੁਸੀਂ ਜਾਣਦੇ ਹੋ ਇਹ ਕਰਨਾ ਕਿੰਨਾ ਔਖਾ ਹੁੰਦਾ ਹੈ? ਪਰ ਅਸੀਂ ਜਦ ਆਪਣੇ ਪਾਪਾਂ ਨੂੰ ਸਵੀਕਾਰ ਕਰਦੇ ਹਾਂ, ਇਹ ਇਸ ਲਈ ਦੁਖਦਾਇਕ ਹੁੰਦਾ ਹੈ ਕਿਉਂ ਜੋ ਅਸੀਂ ਹੁਣ ਆਪਣੀ ਜ਼ਿੰਮੇਵਾਰੀ ਸਮਝਦੇ ਹਾਂ ਕਿ ਹੁਣ ਸਾਨੂੰ ਬਦਲ ਜਾਣਾ ਚਾਹੀਦਾ ਹੈ। ਜਦ ਅਸੀਂ ਪਰਮੇਸ਼ਰ ਦੇ ਸਾਹਮਣੇ ਆਉਂਦੇ ਹਾਂ ਅਤੇ ਆਖਦੇ ਹਾਂ, ਅਸੀਂ ਇਹ ਕਰਕੇ ਪਾਪ ਕੀਤਾ ਹੈ, ਇਸ ਦਾ ਮਤਲਬ ਹੁੰਦਾ ਹੈ ਕਿ ਇਹ ਹੁਣ ਅੱਗੇ ਤੋਂ ਨਹੀਂ ਕਰਾਂਗੇ। ਅਸੀਂ ਇਸ ਨੂੰ ਸਵੀਕਾਰ ਕਰਨਾ ਨਹੀਂ ਚਾਹੁੰਦੇ ਕਿਉਂ ਜੋ ਅਸੀਂ ਸਵੀਕਾਰ ਕਰਾਂਗੇ ਤਾਂ ਇਸ ਨੂੰ ਛੱਡਣਾ ਪਵੇਗਾ, ਸਾਨੂੰ ਇਹਨਾਂ ਗੱਲਾਂ ਤੋਂ ਮੁੜਨਾ ਪਵੇਗਾ। ਮੈਂ ਇੱਕ ਵਾਰ ਪ੍ਰਾਰਥਨਾ ਦੇ ਬਾਰੇ ਇਹ ਪੜ੍ਹਿਆ ਸੀ, ਪ੍ਰਾਰਥਨਾ ਦੇ ਸਮੇਂ ਪੀੜਾ ਦਾ ਸਮਾਂ ਹੋਣਾ ਚਾਹੀਦਾ ਹੈ। ਇਮਾਨਦਾਰੀ ਨਾਲ ਆਪਣੇ ਪਾਪਾਂ ਨੂੰ ਸਵੀਕਾਰ ਕਰਨਾ ਸੁਖਦਾਇਕ ਨਹੀਂ ਹੁੰਦਾ। ਵਿਸ਼ਵਾਸ ਕਰੋ, ਇਹ ਗੱਲ ਮੈਨੂੰ ਬਹੁਤ ਅੱਛੀ ਤਰ੍ਹਾਂ ਸਮਝ ਆਈ। ਜੇ ਤੁਸੀਂ ਇਸ ਗੱਲ ਨੂੰ ਨਹੀਂ ਸਮਝਦੇ ਤਾਂ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਕੇ ਸਮਝਾਉਣਾ ਚਾਹੁੰਦਾ ਹਾਂ। ਜੋ ਸ਼ਾਦੀशुदा ਹਨ ਉਹ ਥੋੜੇ ਸਮੇਂ ਗੌਰ ਕਰਨ। ਇਹ ਕਹਿਣਾ ਕਿੰਨਾ ਔਖਾ ਹੁੰਦਾ ਹੈ ਜੇ ਤੁਸੀਂ ਸ਼ਾਦੀशुदा ਹੋ। ਮੈਂ ਗਲਤ ਸੀ, ਮੈਨੂੰ ਲੱਭੋ ਤੁਸੀਂ ਆਪਣੀ ਪਤਨੀ ਨਾਲ ਹੋਈਏ ਤਾਂ ਜੋ ਰਹੇ ਹੋ ਅਤੇ ਉਹ ਆਖਦੀ ਹੈ ਸਾਨੂੰ ਇੱਥੇ ਮੁੜਨਾ ਚਾਹੀਦਾ ਹੈ। ਤੁਸੀਂ ਆਖਦੇ ਹੋ ਨਹੀਂ, ਇੱਥੋਂ ਨਹੀਂ ਮੁੜਨਾ। ਮੇਰਾ ਮਤਲਬ ਹੈ ਹਰ ਕੋਈ ਜਾਣਦਾ ਹੈ ਤੁਸੀਂ ਇੱਥੇ ਨਹੀਂ ਮੁੜੋਗੇ ਅਤੇ ਤੁਸੀਂ ਹਾਈਵੇ ਤੇ ਅੱਗੇ ਚੱਲਦੇ ਚਲੇ ਜਾਂਦੇ ਹੋ ਅਤੇ ਆਪਣੇ ਦਿਲ ਵਿੱਚ ਅਹਿਸਾਸ ਕਰਦੇ ਹੋ ਕਿ ਤੁਹਾਨੂੰ ਉੱਥੋਂ ਮੁੜਨਾ ਚਾਹੀਦਾ ਸੀ
ਕਿ ਤੁਸੀਂ ਜਾਣਦੇ ਹੋ ਕਿ ਤੁਸੀਂ ਕਿੰਨੇ ਅੱਗੇ ਪਹੁੰਚ ਚੁੱਕੇ ਹੋ, ਜਦ ਕਿ ਤੁਹਾਡੀ ਪਤਨੀ ਜਾਣਦੀ ਸੀ ਕਿ ਤੁਸੀਂ ਗਲਤ ਹੋ। ਤੁਹਾਨੂੰ ਉੱਥੋਂ ਮੁੜਨਾ ਚਾਹੀਦਾ ਸੀ। ਇਹ ਹੀ ਹੁਣ ਠੀਕ ਹੋਵੇਗਾ ਕਿ ਤੁਸੀਂ ਆਪਣੀ ਕਾਰ ਸੜਕ ਦੇ ਕਿਨਾਰੇ ਰੋਕ ਕੇ ਆਖੋ, ਹਾਂ, ਮੈਂ ਗਲਤ ਸੀ। ਪਰ ਅਸੀਂ ਇਹ ਕਰਨ ਵਿੱਚ ਨਫ਼ਰਤ ਕਰਦੇ ਹਾਂ। ਜਦ ਅਸੀਂ ਆਪਣੇ ਵਿਅਕਤੀਗਤ ਸੰਬੰਧਾਂ ਵਿੱਚ ਆਪਣੀ ਗਲਤੀ ਨੂੰ ਮੰਨਣਾ ਨਹੀਂ ਚਾਹੁੰਦੇ, ਤਾਂ ਪਰਮੇਸ਼ਰ ਦੇ ਸਾਹਮਣੇ ਗਲਤੀ ਮੰਨਣੀ ਤਾਂ ਹੋਰ ਵੀ ਔਖੀ ਹੁੰਦੀ ਹੈ। ਕੀ ਅਸੀਂ ਇਹ ਆਖੀਏ, ਪ੍ਰਭੂ, ਮੈਂ ਗਲਤ ਸੀ ਅਤੇ ਮੈਂ ਆਪਣੇ ਪਾਪ ਨੂੰ ਸਵੀਕਾਰ ਕਰਦਾ ਹਾਂ ਅਤੇ ਮੈਂ ਤੈਨੂੰ ਆਖਦਾ ਹਾਂ ਕਿ ਮੈਨੂੰ ਮਾਫ ਕਰ ਦੇ। ਹੁਣ ਜਦ ਦਾਨੀਏਲ ਆਪਣੇ ਪਾਪਾਂ ਨੂੰ ਪਰਮੇਸ਼ਰ ਦੇ ਸਾਹਮਣੇ ਸਵੀਕਾਰ ਕਰਦਾ ਹੈ, ਤਾਂ ਸਾਨੂੰ ਬਹੁਤ ਹੈਰਾਨਗੀ ਹੁੰਦੀ ਹੈ। ਤੁਸੀਂ ਆਪਣੀ ਬਾਈਬਲ ਵਿੱਚ ਪਿੱਛੇ 6ਵੇਂ ਅਧਿਆਇ ਵਿੱਚ ਚਲੋ। ਮੈਂ ਚਾਹੁੰਦਾ ਹਾਂ ਤੁਸੀਂ 6ਵੇਂ ਅਧਿਆਇ ਦੀ 4ਥੀ ਐਤ ਵੱਲ ਧਿਆਨ ਦਿਓ, ਜੋ ਸਾਨੂੰ ਦਾਨੀਏਲ ਬਾਰੇ ਅਤੇ ਉਸ ਦੇ ਜੀਵਨ ਦੇ ਬਾਰੇ ਦੱਸਦੀ ਹੈ। ਤਦ ਉਹਨਾਂ ਮਨਸਬਦਾਰਾਂ ਅਤੇ ਪ੍ਰਧਾਨਾਂ ਨੇ ਚਾਹਿਆ, ਭਾਈ ਕਿਵੇਂ ਨਾ ਕਿਵੇਂ ਰਾਜਕਾਜ ਦੇ ਕਾਰਨ ਦਾਨੀਏਲ ਉੱਤੇ ਕੋਈ ਦੋਸ਼ ਲਾਈਏ, ਪਰ ਉਹਨਾਂ ਨੂੰ ਕੋਈ ਦੋਸ਼ ਜਾਂ ਖੋਟ ਨਾ ਲੱਭਾ, ਕਿਉਂ ਜੋ ਉਹ ਵਫਾਦਾਰ ਸੀ ਅਤੇ ਉਹਦੇ ਵਿੱਚ ਕੋਈ ਔਗਣ ਜਾਂ ਖੋਟ ਨਾ ਲੱਭ ਸਕੇ। ਪੁਰਾਣੇ ਨੇਮ ਦੇ 2 ਲੋਕਾਂ ਵਿੱਚ ਇੱਕ ਦਾਨੀਏਲ ਸੀ, ਜਿਨ੍ਹਾਂ ਦੇ ਬਾਰੇ ਬੁਰਾਈ ਦਾ ਇੱਕ ਵੀ ਸ਼ਬਦ ਨਹੀਂ ਲਿਖਿਆ ਗਿਆ ਹੈ। ਪਰ ਫਿਰ ਵੀ ਅਸੀਂ 9ਵੇਂ ਅਧਿਆਇ ਵਿੱਚ ਵੇਖਦੇ ਹਾਂ ਕਿ ਦਾਨੀਏਲ ਆਪਣੇ ਪਾਪਾਂ ਨੂੰ ਸਵੀਕਾਰ ਕਰ ਰਿਹਾ ਹੈ ਅਤੇ ਆਖ ਰਿਹਾ ਹੈ, ਪ੍ਰਭੂ, ਅਸਾਂ ਪਾਪ ਕੀਤੇ। ਮੈਂ ਚਾਹੁੰਦਾ ਹਾਂ ਤੁਸੀਂ ਇੱਥੇ ਧਿਆਨ ਦਿਓ ਕਿ ਉਹ ਆਪਣੀ ਪ੍ਰਾਰਥਨਾ ਵਿੱਚ ਬਹੁਵਚਨ ਦਾ ਇਸਤੇਮਾਲ ਕਰਦਾ ਹੈ, ਜਿਸ ਵਿੱਚ ਉਹ ਆਪਣੇ ਆਪ ਨੂੰ ਆਪਣੇ ਲੋਕਾਂ ਦੇ ਪਾਪਾਂ ਵਿੱਚ ਸ਼ਾਮਿਲ ਕਰਦਾ ਹੈ। ਆਓ 9ਵੇਂ ਅਧਿਆਇ ਨੂੰ ਪੜ੍ਹੀਏ ਅਤੇ ਸੰਖੇਪ ਵਿੱਚ ਸਚਾਈ ਨੂੰ ਜਾਣੀਏ। ਐਤ 5, ਅਸਾਂ ਪਾਪ ਕੀਤੇ। ਐਤ 6, ਅਸਾਂ ਤੇਰੇ ਸੇਵਕ ਨਬੀਆਂ ਨੂੰ ਨਾ ਮੰਨਿਆ। ਐਤ 7, ਤੈਨੂੰ ਆਪਣਾ ਮੂੰਹ ਵਿਖਾਉਂਦੇ ਲੱਗਿਆ ਸਾਨੂੰ ਸ਼ਰਮ ਆਉਂਦੀ ਹੈ। ਐਤ 8, ਹੇ ਪ੍ਰਭੂ, ਮੂੰਹ ਚੁਰਾਉਣਾ ਸਾਡੇ ਲਈ, ਸਾਡੇ ਪਾਤਸ਼ਾਹ ਅਤੇ ਸ਼ਹਿਜ਼ਾਦੇ ਔਰ ਸਾਡੇ ਪਿਓ ਦਾਦਿਆਂ ਦੇ ਲਈ ਹੈ। ਐਤ 9, ਅਸਾਂ ਭਵਾਂ ਉਹਦੇ ਅੱਗੇ ਸਿਰ ਚੁੱਕਿਆ। ਐਤ 10, ਅਸਾਂ ਪਰਮੇਸ਼ਰ ਦਾ ਬੋਲ ਨਾ ਮੰਨਿਆ। ਦਾਨੀਏਲ ਕੀ ਆਖਦਾ ਹੈ? ਦਾਨੀਏਲ ਆਖ ਰਿਹਾ ਹੈ, ਉਸ ਨੇ ਯਹੂਦੀ ਲੋਕਾਂ ਦੇ ਪਾਪਾਂ ਵਿੱਚ ਆਪਣੇ ਆਪ ਨੂੰ ਸ਼ਾਮਿਲ ਕੀਤਾ। ਉਹ ਉਹਨਾਂ ਦੇ ਪਾਪਾਂ ਦਾ ਇੱਕ ਹਿੱਸਾ ਹੈ। ਪੁਰਾਣੇ ਨੇਮ ਵਿੱਚ ਦਾਨੀਏਲ ਦੀ ਪ੍ਰਾਰਥਨਾ ਇੱਕ ਮਹਾਨ ਪ੍ਰਭਾਵਸ਼ਾਲੀ ਪਾਠ ਹੈ, ਜਿਸ ਦੀ ਅੱਜ ਸਾਨੂੰ ਰੀਸ ਕਰਨੀ ਚਾਹੀਦੀ ਹੈ। ਮੈਂ ਵਿਅਕਤੀ ਤੌਰ ਤੇ ਵਿਸ਼ਵਾਸ ਕਰਦਾ ਹਾਂ ਕਿ ਕਲੀਸਿਆ ਵਿੱਚ ਪੁਰਾਣੇ ਨੇਮ ਦੇ ਨਬੀਆਂ ਨੇ ਹਮੇਸ਼ਾ ਆਪਣੇ ਆਪ ਨੂੰ ਆਪਣੇ ਲੋਕਾਂ ਦੇ ਪਾਪਾਂ ਵਿੱਚ ਸ਼ਾਮਿਲ ਸਮਝਿਆ। ਜਦ ਨਹੇਮੀਆ ਨੇ ਆਪਣੇ ਲੋਕਾਂ ਨੂੰ ਵਾਪਸ ਲਿਆਉਣ ਲਈ ਪਰਮੇਸ਼ਰ ਦੇ ਅੱਗੇ ਫਰਿਆਦ ਕੀਤੀ, ਤਾਂ ਉਹ ਪਰਮੇਸ਼ਰ ਦੇ ਅੱਗੇ ਗੋਡਿਆਂ ਦੇ ਭਾਰ ਡਿੱਗ ਕੇ ਪ੍ਰਾਰਥਨਾ ਕਰਨ ਲੱਗ ਪਿਆ। ਉਹ ਤਾਂ ਆਪਣੇ ਲੋਕਾਂ ਕੋਲੋਂ ਸੈਂਕੜੋਂ ਮੀਲ ਦੂਰ ਸੀ, ਪਰ ਫਿਰ ਵੀ ਉਸਨੇ ਪ੍ਰਾਰਥਨਾ ਕੀਤੀ, ਹੇ ਪਰਮੇਸ਼ਰ, ਅਸਾਂ ਪਾਪ ਕੀਤਾ। ਪਿਆਰੇ ਦਰਸ਼ਕੋ, ਅਸੀਂ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਦੋਸਤੋ, ਅੱਜ ਅਸੀਂ ਦਾਨੀਏਲ ਦੀ ਪ੍ਰਾਰਥਨਾ ਦੇ ਉੱਤੇ ਗੌਰ ਕਰਦੇ ਹੋਏ ਉਸ ਦੀ ਪ੍ਰਾਰਥਨਾ ਦੇ ਮਹੱਤਵ ਨੂੰ ਜਾਣਿਆ। 9ਵੇਂ ਅਧਿਆਇ ਦੇ ਵਿੱਚ ਇਹ ਪ੍ਰਾਰਥਨਾ ਇਸ ਲਈ ਦਰਜ ਕੀਤੀ ਗਈ ਹੈ ਤਾਂ ਕਿ ਅਸੀਂ ਇਸ ਨੂੰ ਪੜ੍ਹੀਏ ਅਤੇ ਉਸ ਤੋਂ ਨਸੀਹਤ ਲਈਏ। ਅਸੀਂ ਨਬੀ ਦੇ ਪ੍ਰਾਰਥਨਾ ਦੇ ਜੀਵਨ ਨੂੰ ਵੇਖ ਕੇ ਆਪਣੇ ਜੀਵਨ ਨੂੰ ਵੀ ਪ੍ਰਾਰਥਨਾ ਦੇ ਜੀਵਨ ਵਿੱਚ ਬਦਲ ਸਕਦੇ ਹਾਂ। ਅਸੀਂ ਜਾਣਿਆ ਕਿ ਪਰਮੇਸ਼ਰ ਦੇ ਵਚਨ ਸਾਨੂੰ ਪ੍ਰਾਰਥਨਾ ਕਰਨ ਦੇ ਲਈ ਪ੍ਰੇਰਿਤ ਕਰਦੇ ਹਨ। ਅਸੀਂ ਜਾਣਿਆ ਕਿ ਜਦੋਂ ਦਾਨੀਏਲ ਨਬੀ ਯਰਮੀਆ ਨਬੀ ਦੀ ਪੁਸਤਕ ਨੂੰ ਪੜ੍ਹ ਕੇ ਇਹ ਜਾਣ ਲੈਂਦਾ ਹੈ ਕਿ ਉਹਨਾਂ ਦੇ ਬਾਬੂਲ ਦੇ ਵਿੱਚ ਗੁਲਾਮੀ ਦੇ ਦਿਨ ਪੂਰੇ ਹੋ ਗਏ ਹਨ, ਤਾਂ ਉਹ ਪਰਮੇਸ਼ਰ ਦੇ ਅੱਗੇ ਇਹ ਪ੍ਰਾਰਥਨਾ ਕਰਦਾ ਹੈ ਕਿ ਹੇ ਪਰਮੇਸ਼ਵਰ, ਹੁਣ ਤੂੰ ਆਪਣੇ ਲੋਕਾਂ ਦੇ ਲਈ ਆਪਣੀ ਮਰਜ਼ੀ ਨੂੰ ਪੂਰਾ ਕਰਨ ਦੇ ਵਿੱਚ ਦੇਰ ਨਾ ਲਗਾ। ਅੱਜ ਅਸੀਂ ਸਿੱਖਿਆ ਕਿ ਜਦੋਂ ਅਸੀਂ ਪ੍ਰਾਰਥਨਾ ਦੇ ਵਿੱਚ ਆਪਣੀ ਦੁਸ਼ਟਤਾ ਨੂੰ ਸਵੀਕਾਰ ਕਰ ਲੈਂਦੇ ਹਾਂ, ਤਾਂ ਸਾਡੇ ਵਿੱਚੋਂ ਜੀਵਨ ਬਦਲਣ ਵਾਲੀ ਪ੍ਰਾਰਥਨਾ ਨਿਕਲਦੀ ਹੈ। ਅਸੀਂ ਜਾਣਿਆ ਕਿ ਦਾਨੀਏਲ ਨੂੰ ਆਪਣੇ ਲੋਕਾਂ ਦੀ ਦੁਸ਼ਟਤਾ ਦਾ ਪੂਰੀ ਤਰ੍ਹਾਂ ਧਿਆਨ ਸੀ, ਜਿਸ ਦੇ ਕਰਕੇ ਉਹ ਬਾਬੁਲ ਦੀ ਗੁਲਾਮੀ ਦੇ ਵਿੱਚ ਪਏ, ਅਤੇ ਅਸੀਂ ਜਾਣਿਆ ਕਿ ਦਾਨੀਏਲ ਆਪਣੇ ਲੋਕਾਂ ਦੇ ਪਾਪਾਂ ਨੂੰ ਖੁੱਲ੍ਹ ਕੇ ਸਵੀਕਾਰ ਕਰਦਾ ਹੈ।
ਉਹਨੇ ਆਪਣੇ ਅਤੇ ਆਪਣੇ ਲੋਕਾਂ ਦੇ ਪਾਪਾਂ ਨੂੰ ਪਰਮੇਸ਼ਵਰ ਦੇ ਅੱਗੇ ਸਵੀਕਾਰ ਕਰਦੇ ਹੋਏ ਆਪਣੀ ਸ਼ਰਮਿੰਦਗੀ ਨੂੰ ਜ਼ਾਹਿਰ ਕੀਤਾ ਕਿ ਉਹ ਉਹਨਾਂ ਗੱਲਾਂ ਤੋਂ ਕਿੰਨਾ ਜ਼ਿਆਦਾ ਸ਼ਰਮਿੰਦਾ ਹੈ। ਅਸੀਂ ਜਾਣਿਆ ਕਿ ਪਰਮੇਸ਼ਵਰ ਦੇ ਅੱਗੇ ਆਪਣੇ ਪਾਪਾਂ ਨੂੰ ਸਵੀਕਾਰ ਕਰ ਲੈਣ ਦਾ ਅਰਥ ਹੈ ਪਰਮੇਸ਼ਵਰ ਦੇ ਨਿਆਂ ਨੂੰ ਸਵੀਕਾਰ ਕਰਨਾ। ਅਸੀਂ ਜਾਣਿਆ ਕਿ ਦਾਨੀਏਲ ਦੇ ਵਿੱਚ ਲੋਕਾਂ ਨੂੰ ਕੋਈ ਖੋਟ ਨਹੀਂ ਲੱਭੀ, ਪਰ ਫਿਰ ਵੀ ਉਹ ਆਪਣੇ ਪਾਪਾਂ ਨੂੰ ਸਵੀਕਾਰ ਕਰਦਾ ਹੈ। ਸੋ ਦੋਸਤੋ, ਉਮੀਦ ਕਰਦੇ ਹਾਂ ਕਿ ਪ੍ਰਾਰਥਨਾ ਦੇ ਉੱਤੇ ਸਾਡੇ ਇਸ ਅਧਿਐਨ ਪ੍ਰੋਗਰਾਮ ਦੇ ਦੁਆਰਾ ਤੁਹਾਨੂੰ ਸਭਨਾਂ ਨੂੰ ਬੜੀ ਆਸ਼ੀਸ਼ ਮਿਲੀ ਹੋਏਗੀ ਅਤੇ ਇਹ ਤੁਹਾਡੇ ਲਈ ਬੜੀ ਆਸ਼ੀਸ਼ ਦਾ ਕਾਰਨ ਬਣੇਗਾ। ਹੁਣ ਸਾਨੂੰ ਇਜਾਜ਼ਤ ਦਿਓ, ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਇਸ ਪ੍ਰੋਗਰਾਮ ਦੇ ਬਾਕੀ ਦੇ ਹਿੱਸੇ ਨੂੰ ਅਸੀਂ ਆਪਣੇ ਅਗਲੇ ਪ੍ਰੋਗਰਾਮ ਦੇ ਵਿੱਚ ਵੀ ਜਾਰੀ ਰੱਖਾਂਗੇ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ, ਅੱਜ ਦੇ ਵਚਨ ਵਾਸਤੇ। ਅੱਜ ਦੇ ਵਚਨ ਦੇ ਦੁਆਰਾ ਪਿਤਾ ਪਰਮੇਸ਼ਰ ਤੁਸੀਂ ਦਾਨੀਏਲ ਨਬੀ ਦੀ ਲਾਈਫ ਤੋਂ, ਉਸ ਦੀ ਪ੍ਰਾਰਥਨਾ ਤੋਂ ਸਾਨੂੰ ਸਿਖਾਇਆ ਕਿ ਅਸੀਂ ਵਚਨ ਦੇ ਅਨੁਸਾਰ ਪ੍ਰਾਰਥਨਾ ਕਰੀਏ ਔਰ ਵਚਨ ਦੇ ਉੱਤੇ ਭਰੋਸਾ ਰੱਖੀਏ। ਪਿਤਾ ਪਰਮੇਸ਼ਰ, ਅਸੀਂ ਤੁਹਾਡੇ ਵਚਨ ਦੇ ਵਿੱਚੋਂ ਪ੍ਰਭੂ ਜੋ ਗੱਲਾਂ ਸਿੱਖੀਆਂ ਉਸ ਦੇ ਮੁਤਾਬਿਕ ਤੁਹਾਡਾ ਵਚਨ ਸਾਨੂੰ ਪ੍ਰੇਰਿਤ ਕਰਦਾ ਹੈ ਕਿ ਅਸੀਂ ਆਪਣੇ ਪਾਪਾਂ ਨੂੰ ਤੁਹਾਡੇ ਅੱਗੇ ਮੰਨ ਲਈਏ ਔਰ ਉਹਨਾਂ ਨੂੰ ਛੱਡ ਦਈਏ, ਤਾਂ ਕਿ ਪ੍ਰਭੂ ਤੂੰ ਸਾਡੇ ਜੀਵਨਾਂ ਨੂੰ ਬਹਾਲ ਕਰੇ ਔਰ ਸਾਡੇ ਜੀਵਨਾਂ ਨੂੰ ਬਦਲ ਦੇ। ਪ੍ਰਭੂ ਜੀ, ਸਾਡੇ ਆਲੇ ਦੁਆਲੇ ਦਾਨੀਏਲ ਵਾਂਗੂ ਜਿਸ ਤਰ੍ਹਾਂ ਉਸ ਦੀ ਕੌਮ ਨੇ ਪ੍ਰਭੂ ਜੀ ਤੈਨੂੰ ਨਹੀਂ ਮੰਨਿਆ, ਤੇਰੀ ਗੱਲਾਂ ਦੇ ਉੱਤੇ ਕੰਨ ਨਹੀਂ ਲਗਾਏ, ਤਾਂ ਪ੍ਰਭੂ ਜੀ ਗੁਲਾਮੀ ਵਿੱਚ ਚਲੇ ਗਏ। ਔਰ ਜਦ ਗੁਲਾਮੀ ਦੇ ਦਿਨ ਪੂਰੇ ਹੋਏ ਪ੍ਰਭੂ, ਤੇਰੇ ਦਾਸ ਦਾਨੀਏਲ ਨੇ ਤੇਰੇ ਅੱਗੇ ਪ੍ਰਾਰਥਨਾ ਕਰਕੇ ਆਪਣੇ ਲੋਕਾਂ ਵਾਸਤੇ ਸ਼ਰਮਿੰਦਗੀ ਨੂੰ ਜ਼ਾਹਿਰ ਕੀਤਾ ਕਿ ਉਹਨਾਂ ਨੇ ਕਿੰਨੇ ਮਾੜੇ ਕੰਮ ਕੀਤੇ। ਔਰ ਪ੍ਰਭੂ ਜੀ, ਤੁਹਾਡਾ ਧੰਨਵਾਦ ਕੀਤਾ ਕਿ ਤੁਸੀਂ ਉਹਨਾਂ ਨੂੰ ਫਿਰ ਤੋਂ ਛੁਡਾਉਣ ਜਾ ਰਹੇ ਹੋ। ਪ੍ਰਭੂ, ਅੱਜ ਅਸੀਂ ਵੀ ਆਪਣੇ ਪਾਪਾਂ ਨੂੰ, ਆਪਣੀ ਕਮਜ਼ੋਰੀਆਂ ਨੂੰ, ਆਪਣੀ ਕਮੀਆਂ ਨੂੰ ਤੁਹਾਡੇ ਅੱਗੇ ਰੱਖ ਦਿੰਦੇ ਹਾਂ। ਔਰ ਪ੍ਰਭੂ ਜੀ, ਜੋ ਵੀ ਗਲਤੀਆਂ ਕੀਤੀਆਂ ਉਹਨਾਂ ਸਾਰਿਆਂ ਵਾਸਤੇ ਪ੍ਰਭੂ ਜੀ ਆਪਣੀ ਸ਼ਰਮਿੰਦਗੀ ਨੂੰ ਜ਼ਾਹਿਰ ਕਰਦੇ ਹਾਂ। ਪ੍ਰਾਰਥਨਾ ਕਰਦੇ ਹਾਂ ਤੁਸੀਂ ਵੀ ਸਾਡੇ ਜੀਵਨ 'ਚ ਵੱਡਾ ਕੰਮ ਕਰੋ, ਸਾਨੂੰ ਬੰਧਨਾਂ ਤੋਂ ਆਜ਼ਾਦ ਕਰੋ, ਸਾਨੂੰ ਆਪਣੀ ਆਸ਼ੀਸ਼ ਅਤੇ ਬਰਕਤ ਦਿਓ। ਯਿਸੂ ਨਾਸਰੀ ਜੀ ਦੇ ਨਾਂ 'ਚ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।